ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਫੇਰ ਤੋਂ ਰੀਡ ਅਲਾਉਡ ਦੀ ਗੱਲ ਕਰਾਂਗੀ ਕਿਉਂਕਿ ਲਾਸਟ ਜਿਹੜੀ ਮੇਰੀ ਵੀਡੀਓ ਸੀਗੀ ਉਹਦੇ ਵਿੱਚ ਵੀ ਮੈਂ ਰੀਡ ਅਲਾਉਡ ਹੀ ਡਿਸਕਸ ਕੀਤਾ ਸੀਗਾ, ਬਟ ਉਹਦੇ ਵਿੱਚ ਥੋੜੀ ਟਾਈਮ ਦੀ ਬਾਉਂਡੇਸ਼ਨ ਸੀਗੀ ਕਿਉਂਕਿ ਵੀਡੀਓ ਕੰਪਲੀਟ ਨਹੀਂ ਸੀ ਹੋਈ। ਤੇ ਉਹਦੇ ਵਿੱਚ ਮੈਂ ਸਿਰਫ ਇਹੀ ਡਿਸਕਸ਼ਨ ਕੀਤਾ ਸੀਗਾ ਕਿ ਤੁਹਾਡਾ ਪ੍ਰੈਪਰੇਸ਼ਨ ਟਾਈਮ ਕੀ ਰਹੇਗਾ ਤੇ ਰਿਕਾਰਡਿੰਗ ਟਾਈਮ ਕੀ ਰਹੇਗਾ, ਤੇ ਤੁਹਾਨੂੰ ਜਿਹੜੀ ਸਕੋਰਿੰਗ ਹੈ ਉਹ ਕਿਹੜੇ ਪੁਆਇੰਟਸ ਤੇ ਤੁਹਾਡੀ ਸਕੋਰਿੰਗ ਹੋਏਗੀ, ਕਿਹੜੇ ਪੁਆਇੰਟਸ ਮੇਨ ਪੁਆਇੰਟਸ ਨੇ, ਤੁਸੀਂ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਤੇ ਇਹ ਸਾਰਾ ਕੁਝ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ। ਤੇ ਅੱਜ ਮੈਂ ਤੁਹਾਡੇ ਸਾਹਮਣੇ ਮਤਲਬ ਕੁਝ ਸੈਂਪਲ ਲਏ ਨੇ। ਇਹ ਮੇਰੇ ਸੈਂਪਲ ਨਹੀਂ ਹੈ, ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਦਾ। ਇਹ ਏਪੀ ਯੂਨੀਨ ਤੋਂ ਲਏ ਹੈ ਮੈਂ ਸੈਂਪਲਸ, ਮਤਲਬ ਜਿਹੜੀ ਜਿੱਥੇ ਤੁਸੀਂ ਪੀਟੀਈ ਦੀ ਪ੍ਰੈਕਟਿਸ ਕਰ ਸਕਦੇ ਹੋ, ਏਪੀ ਯੂਨੀ। ਤੇ ਇੱਥੇ ਮੈਂ ਤੁਹਾਡੇ ਸਾਹਮਣੇ ਇੱਕ ਪੈਰਾਗ੍ਰਾਫ ਲਿਆ, ਮਤਲਬ ਜਦੋਂ ਵੀ ਤੁਸੀਂ ਮੌਕ ਟੈਸਟ, ਸੈਕਸ਼ਨ ਟੈਸਟ ਜਾਂ ਤੁਸੀਂ ਪ੍ਰੈਪੇਅਰ ਕਰਦੇ ਹੋ ਜਾਂ ਫਿਰ ਤੁਸੀਂ ਫਾਈਨਲ 'ਚ ਐਗਜ਼ਾਮ ਦੇ ਰਹੇ ਹੋ ਪੀਟੀ ਦਾ, ਤਾਂ ਤੁਹਾਨੂੰ ਇਸ ਤਰ੍ਹਾਂ ਦਾ ਹੀ ਇੱਕ ਪੈਰਾਗ੍ਰਾਫ ਸਕਰੀਨ ਤੇ ਆਏਗਾ। ਤੇ ਜਿਵੇਂ ਮੈਂ ਤੁਹਾਡੇ ਕੋਲ ਇੱਥੇ ਤੁਹਾਨੂੰ ਵਿਜ਼ੀਬਲ ਹੈਗਾ ਕਿ ਇੱਥੇ ਪ੍ਰਪੇਅਰ ਲਿਖਿਆ ਹੋਇਆ, ਤੇ ਇੱਥੇ ਤੁਹਾਡੇ ਕੋਲ ਟਾਈਮ ਪੀਰੀਅਡ ਸ਼ੋ ਹੋਏਗਾ। ਤੇ ਇਹ ਜਿਹੜਾ ਟਾਈਮ ਪੀਰੀਅਡ ਹੈ ਉਹ 35 ਸੈਕਿੰਡਸ ਦਾ ਹੋਏਗਾ। ਮਤਲਬ ਤੁਹਾਡੇ ਕੋਲ 35 ਸੈਕਿੰਡਸ ਹੋਣਗੇ ਕਿ ਤੁਸੀਂ ਉਸ ਟਾਈਮ ਪੀਰੀਅਡ ਦੇ ਡਿਊਰਿੰਗ ਦੈਟ ਟਾਈਮ ਪੀਰੀਅਡ ਯੂ ਕੈਨ ਰੀਡ ਦੈਟ ਪੈਰਾਗ੍ਰਾਫ, ਯੂ ਕੈਨ ਪ੍ਰੋਨਾਊਂਸ ਦੀ ਵਰਡਸ ਐਂਡ ਯੂ ਕੈਨ ਅੰਡਰਸਟੈਂਡ ਦੀ ਟੈਕਸਟ। ਮਤਲਬ ਉਹਦੇ 'ਚ ਐਕਚੁਅਲ 'ਚ ਕੀ ਲਿਖਿਆ ਤੁਸੀਂ ਉਹ ਸਾਰਾ ਕੁਝ ਅੰਡਰਸਟੈਂਡ ਕਰ ਸਕਦੇ ਹੋ। ਜਿਵੇਂ ਕਿ ਹੁਣ ਮੇਰਾ ਮੰਨ ਲਓ ਕਿ ਮੇਰਾ ਪ੍ਰੈਪਰੇਸ਼ਨ ਟਾਈਮ ਚੱਲ ਰਿਹਾ ਤੇ ਅਸੀਂ ਇਸ ਪੈਰਾਗ੍ਰਾਫ ਨੂੰ ਰੀਡ ਕਰਨਾ ਹੈ, ਤੇ ਮੈਂ ਉਸੇ ਟੋਨ ਵਿੱਚ ਰੀਡ ਕਰਾਂਗੀ ਜਿਵੇਂ ਮੈਂ ਫਾਈਨਲ ਦੇ ਵਿੱਚ ਬੋਲਣਾ ਹੈ। ਫॉर एग्जांपल ਦੀ ਬੇਸਿਕ ਪ੍ਰੈਮਿਸਿਸ ਇਨ ਦੀ ਮੈਨੇਜਮੈਂਟ ਆਫ ਐਨੀ ਸਿਸਟਮ ਇਜ਼ ਦੀ ਐਬਿਲਿਟੀ ਟੂ ਮਿਨੀਮਾਈਜ਼ ਰਿਸਕ in the content of an ecosystem. One of the important question is the integrity of the environment and how this integrity is compromised by the management. With mismanagement in ecosystems, the risk of permanent damage to the environment is very high. Means ਜਦੋਂ ਤੁਸੀਂ ਰੀਡ ਅਲਾਉਡ ਦੀ ਗੱਲ ਕਰ ਰਹੇ ਹੋ ਤਾਂ ਉਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ ਫੁੱਲ ਸਟਾਪ ਕਿੱਥੇ ਆ ਰਿਹਾ ਹੈ ਤੇ ਕੌਮਾ ਕਿੱਥੇ ਆ ਰਿਹਾ ਹੈ। ਤੇ ਜਦੋਂ ਤੁਹਾਡੇ ਕੋਲ ਕੋਈ ਕੌਮਾ ਆ ਰਿਹਾ ਹੈ ਤੇ ਇੱਥੇ ਉਸ ਤੋਂ ਬਾਅਦ ਤੁਹਾਡੇ ਕੋਲ ਫੁੱਲ ਸਟਾਪ ਆ ਰਿਹਾ ਹੈ, ਤੇ ਉੱਥੇ ਤੁਸੀਂ ਜਰਾ ਮਤਲਬ ਬਿਲਕੁਲ ਹਲਕਾ ਜਿਹਾ ਪੌਜ਼ ਦੇਣਾ ਹੈ। ਮਤਲਬ ਮੰਨ ਲਓ ਕਿ ਇਹ ਲਾਈਨ ਇੱਥੇ ਖਤਮ ਹੋ ਗਈ, ਇੱਥੇ ਫੁੱਲ ਸਟਾਪ ਆ ਗਿਆ, ਇਸ ਦੀ ਐਬਿਲਿਟੀ ਟੂ ਮਿਨੀਮਾਈਜ਼ ਰਿਸਕ। ਉਸ ਤੋਂ ਬਾਅਦ ਤੁਸੀਂ ਨਾਲ ਹੀ ਸਟਾਰਟ ਕਰਨਾ ਇਨ ਦੀ ਕੰਟੈਕਸਟ ਆਫ ਐਨ ਈਕੋਸਿਸਟਮ। ਮਤਲਬ ਤੁਸੀਂ ਉੱਥੇ ਰੁਕਣਾ ਨਹੀਂ ਹੈਗਾ, ਕਿਉਂਕਿ ਜੇ ਤੁਸੀਂ ਰੁਕ ਗਏ ਤਾਂ ਤੁਹਾਡਾ ਪੌਜ਼ ਜ਼ਿਆਦਾ ਹੋ ਗਿਆ ਤੇ ਉੱਥੇ ਤੁਹਾਡੇ ਫਲੂਐਂਸੀ ਦੇ ਨੰਬਰ ਕੱਟਣਗੇ। ਤੇ ਦੂਜਾ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਸਾਰੇ ਵਰਡਸ ਨੂੰ ਕਲੀਅਰ ਬੋਲਣਾ ਹੈ। ਜਿਵੇਂ ਹੋ ਗਿਆ ਬੇਸਿਕ, ਹੋ ਗਿਆ ਪ੍ਰੈਮਿਸ, ਹੋ ਗਿਆ ਮੈਨੇਜਮੈਂਟ, ਹੋ ਗਿਆ ਈਕੋਸਿਸਟਮ, ਹੋ ਗਿਆ ਕੰਟੈਕਸਟ, ਹੋ ਗਿਆ। ਮਤਲਬ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੁਝ ਵਰਡਸ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਉਹਦੀ ਪ੍ਰੈਕਟਿਸ ਕਰ ਸਕਦੇ ਹੋ ਕਿ ਮਤਲਬ ਮੈਂ ਕੀ ਬੋਲਣਾ ਹੈ, ਬਟ ਮੇਕ ਸ਼ੋਰ ਕਿ ਤੁਹਾਡੇ ਕੋਲ 35 ਸੈਕਿੰਡਸ ਹੀ ਨੇ। ਹਾਂ, ਉਸ ਤੋਂ ਬਾਅਦ ਕੀ ਹੋਏਗਾ ਕਿ ਜਦੋਂ ਤੁਹਾਡੇ 35 ਸੈਕਿੰਡਸ ਖਤਮ ਹੋ ਗਏ ਤਾਂ ਤੁਹਾਨੂੰ ਇੱਕ ਬੀਪ ਸੁਣਾਈ ਦੇਗੀ, ਤੇ ਵਿਦਿਨ 3 ਸੈਕਿੰਡਸ ਤੁਸੀਂ ਉਸਨੂੰ ਦੁਬਾਰਾ ਰਿਪੀਟ ਕਰਨਾ ਹੈ। ਮਤਲਬ ਤੁਸੀਂ ਉਹ ਪੈਰਾਗ੍ਰਾਫ ਬੋਲਣਾ ਹੈ ਤੇ ਸਕਰੀਨ ਤੇ ਤੁਹਾਡਾ ਟਾਈਮ ਐਵੇਂ ਸ਼ੋ ਹੋਏਗਾ। ਮਤਲਬ ਇਹ ਜਿਹੜਾ ਟਾਈਮ ਹੈਗਾ ਤੁਹਾਡਾ ਉਹ 0 ਸੈਕਿੰਡਸ ਤੋਂ ਸਟਾਰਟ ਹੋਏਗਾ। ਤੇ ਮੈਂ ਤੁਹਾਡੇ ਨਾਲ ਲਾਸਟ ਵੀਡੀਓ ਦੇ ਵਿੱਚ ਡਿਸਕਸ਼ਨ ਕੀਤਾ ਸੀਗਾ ਕਿ ਤੁਹਾਡੇ ਕੋਲ 40 ਸੈਕਿੰਡਸ ਹੋਣਗੇ ਬੋਲਣ ਲਈ, ਬਟ ਯੂ ਹੈਵ ਟੂ ਮੇਕ ਸ਼ੋਰ ਕਿ ਯੂ ਵਿਲ ਕੰਪਲੀਟ ਦੀ ਪੈਰਾਗ੍ਰਾਫ ਇਨ 30 ਸੈਕਿੰਡਸ। ਮਤਲਬ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ 30 ਤੋਂ 35 ਸੈਕਿੰਡਸ ਦੇ ਵਿੱਚ ਕੰਪਲੀਟ ਕਰਨਾ ਹੈ। ਬਟ ਜਿਵੇਂ ਕਿ ਇਹ ਪੈਰਾਗ੍ਰਾਫ ਤਾਂ ਹੈ ਹੀ 3 ਲਾਈਨਸ ਦਾ, ਮਤਲਬ 3 ਲਾਈਨਸ ਨੇ ਇੱਥੇ, ਤਾਂ ਮੇਰੇ ਕੋਲ ਇਹ 23 ਸੈਕਿੰਡਸ ਦੇ ਵਿੱਚ ਹੀ ਖਤਮ ਹੋ ਗਿਆ। ਸੋ ਤੁਸੀਂ ਮਤਲਬ ਟਾਈਮ ਮੈਨੇਜਮੈਂਟ ਲੈ ਕੇ ਚੱਲਣਾ ਹੈ। ਬਟ ਤੁਸੀਂ ਬਹੁਤ ਅਗਰ ਜੋ ਜਿਸ ਲੈਵਲ ਤੇ ਮੈਂ ਪੜ੍ਹ ਰਹੀ ਹਾਂ, ਮੈਂ ਤੁਹਾਨੂੰ ਦੁਬਾਰਾ ਪੜ੍ਹ ਕੇ ਸੁਣਾ ਦਿੰਦੀ ਹਾਂ। ਦੀ ਬੇਸਿਕ ਪ੍ਰੈਮਿਸਿਸ ਇਨ ਦੀ ਮੈਨੇਜਮੈਂਟ ਆਫ ਐਨੀ ਸਿਸਟਮ ਇਜ਼ ਦੀ ਐਬਿਲਿਟੀ ਟੂ ਮਿਨੀਮਾਈਜ਼ ਰਿਸਕ in the context of an ecosystem. One of the important question is the integrity of the environment and how this integrity is compromised by the management. With mismanagement in ecosystems, the risk of permanent damage to the environment is very high. ਸੋ ਤੁਸੀਂ ਧਿਆਨ ਰੱਖਣਾ ਹੈ ਜਿਵੇਂ ਇਹ ਵਾਲੀ ਲਾਈਨ ਹੈ ਤੇ ਇਹ ਵਾਲੀ ਲਾਈਨ ਬਹੁਤ ਮਤਲਬ ਕਾਫੀ ਵੱਡੀ ਲਾਈਨ ਹੈ। ਸੋ ਤੁਸੀਂ ਇੱਥੇ ਪੌਜ਼ ਨਹੀਂ ਲੈਣਾ, ਮਤਲਬ ਤੁਸੀਂ ਇੱਕੋ ਸਾਹ ਦੇ ਵਿੱਚ ਬੋਲਣਾ ਹੈ, ਤੁਹਾਡਾ ਕੋਈ ਪੌਜ਼ ਨਹੀਂ ਆਉਣਾ ਚਾਹੀਦਾ, ਕਿਉਂਕਿ ਇਸ ਲਾਈਨ ਦੇ ਵਿੱਚ ਸਿਰਫ ਇੱਕ ਕੌਮੇ ਦਾ ਪੌਜ਼ ਹੈ, ਉਸ ਤੋਂ ਬਾਅਦ ਇੱਥੇ ਕੋਈ ਪੌਜ਼ ਨਹੀਂ ਹੈਗਾ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਜਿਵੇਂ ਮੈਂ ਤੁਹਾਨੂੰ ਬੋਲ ਕੇ ਦਿਖਾਇਆ, ਤੁਸੀਂ ਇੱਦਾਂ ਦੀ ਹੀ ਮੋਡਰੇਟ ਲੈਵਲ ਤੇ ਬੋਲਣਾ ਹੈ। ਮਤਲਬ ਬਹੁਤ ਜ਼ਿਆਦਾ ਸਲੋ ਨਹੀਂ ਬੋਲਣਾ ਤੇ ਬਹੁਤ ਜ਼ਿਆਦਾ ਫਾਸਟ ਨਹੀਂ ਬੋਲਣਾ। ਤੇ ਉਸ ਤੋਂ ਬਾਅਦ
ਜਦੋਂ ਤੁਸੀਂ ਬੋਲਿਆ ਤੇ ਫਾਈਨਲ ਦੇ ਵਿੱਚ ਕੀ ਹੁੰਦਾ, ਤੁਸੀਂ ਨੈਕਸਟ ਬਟਨ ਤੇ ਕਲਿੱਕ ਕਰਦੇ ਆ ਤੇ ਉੱਥੇ ਤੁਹਾਡੀ ਰਿਕਾਰਡਿੰਗ ਹੋ ਜਾਂਦੀ ਹੈ। ਬਟ ਅਗਰ ਤੁਸੀਂ ਮੌਕ ਟੈਸਟ ਦਿੰਦੇ ਹੋ ਜਾਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਏਪੀ ਯੂਨੀ ਤੋਂ ਪ੍ਰੈਕਟਿਸ ਕਰੋਗੇ, ਤਾਂ ਉੱਥੇ ਤੁਸੀਂ ਇੱਥੇ ਮਾਈਕ ਦਾ ਬਟਨ ਹੈਗਾ ਤੇ ਤੁਸੀਂ ਉਹਨੂੰ ਸਟਾਪ ਕਰਤਾ ਤੇ ਇੱਥੇ ਤੁਹਾਡਾ ਟਾਈਮ ਪੀਰੀਅਡ ਆ ਜਾਂਦਾ ਹੈ ਕਿ ਤੁਸੀਂ ਇੰਨੇ ਟਾਈਮ ਪੀਰੀਅਡ ਦੇ ਵਿੱਚ ਬੋਲਿਆ। ਬਟ ਫਾਈਨਲ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ, ਉੱਥੇ ਇੱਕ ਬਾਰ ਸ਼ੋ ਹੁੰਦੀ ਹੈ ਸਕਰੀਨ ਤੇ ਉਹ ਬਾਰ ਚੱਲਦੀ ਰਹਿੰਦੀ ਹੈ। ਤੇ ਤੁਸੀਂ ਉਸ ਤੋਂ ਬਾਅਦ ਜਦੋਂ ਤੁਸੀਂ ਬੋਲਿਆ ਤੇ ਉੱਥੇ ਨੈਕਸਟ ਬਟਨ ਤੇ ਕਲਿੱਕ ਕਰਨਾ ਹੁੰਦਾ ਤੇ ਨੈਕਸਟ ਪੈਰਾਗ੍ਰਾਫ ਆਏਗਾ। ਸੋ ਐਦਾਂ ਦਾ ਸਕਰੀਨ ਤੇ ਪੈਰਾਗ੍ਰਾਫ ਆਉਂਦਾ ਹੈ ਤੇ ਇੱਥੇ ਤੁਹਾਡਾ ਟਾਈਮ ਪੀਰੀਅਡ ਹੋ ਗਿਆ ਕਿ ਤੁਸੀਂ ਮਤਲਬ ਕਿੰਨੇ ਟਾਈਮ ਦੇ ਵਿੱਚ ਬੋਲਿਆ, ਤੇ ਉੱਪਰ ਤੁਹਾਡਾ ਪ੍ਰੈਪਰੇਸ਼ਨ ਟਾਈਮ ਸ਼ੋ ਹੁੰਦਾ ਹੈ ਕਿ ਤੁਹਾਡੇ 35 ਸੈਕਿੰਡ ਦੇ ਵਿੱਚ ਕਿੰਨਾ ਟਾਈਮ ਤੁਹਾਡਾ ਬਚ ਗਿਆ। ਸੋ ਇਹ ਬਹੁਤ ਈਜ਼ੀ ਜਿਹਾ ਟਾਸਕ ਹੈ, ਕੋਈ ਡਿਫਿਕਲਟ ਟਾਸਕ ਨਹੀਂ ਹੈਗਾ। ਬਟ ਇੱਥੇ ਜਿਹੜਾ ਤੁਹਾਡਾ ਫੋਕਸ ਰਹੇਗਾ ਉਹ ਕੰਟੈਂਟ ਦਾ ਰਹੇਗਾ, ਪ੍ਰਨੰਸੀਏਸ਼ਨ ਦਾ ਰਹੇਗਾ ਤੇ ਫਲੂਐਂਸੀ ਦਾ ਰਹੇਗਾ। ਤੇ ਉਸ ਤੋਂ ਬਾਅਦ ਹੈਗਾ ਕਿ ਕਈ ਬੱਚਿਆਂ ਨੂੰ ਰੀਡ ਅਲਾਊਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਸਾਰਿਆਂ ਨੂੰ ਨਹੀਂ ਆਉਂਦੀ, ਬਟ ਕੁਝ ਬੱਚਿਆਂ ਦਾ ਲੈਵਲ ਹੁੰਦਾ ਕਿ ਉਹਨਾਂ ਨੂੰ ਮਤਲਬ ਪ੍ਰੋਬਲਮ ਆਉਂਦੀ ਹੈ, ਉਹ ਪ੍ਰੋਬਲਮ ਫੇਸ ਕਰਦੇ ਆ, ਉਹਨਾਂ ਨੂੰ ਇੰਗਲਿਸ਼ ਬੋਲਣ ਦੇ ਵਿੱਚ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਦੀ ਪ੍ਰਨੰਸੀਏਸ਼ਨ ਦੀ ਵੀ ਪ੍ਰੋਬਲਮ ਹੁੰਦੀ ਹੈ, ਤੇ ਕਈ ਬੱਚਿਆਂ ਦੀ ਫਲੂਐਂਸੀ ਨਹੀਂ ਮਤਲਬ ਵਧੀਆ ਹੁੰਦੀ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇੱਕ ਦਿਨ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਮਤਲਬ ਥਿੰਗਸ ਵਿਲ ਟੇਕ ਟਾਈਮ। ਸੋ ਸਭ ਤੋਂ ਪਹਿਲਾਂ ਇੰਪਰੂਵ ਪ੍ਰਨੰਸੀਏਸ਼ਨ, ਮਤਲਬ ਤੁਸੀਂ ਆਪਣੀ ਪ੍ਰਨੰਸੀਏਸ਼ਨ ਨੂੰ ਇੰਪਰੂਵ ਕਿਵੇਂ ਕਰਨਾ ਹੈ। ਸੋ ਉਸ ਪ੍ਰਨੰਸੀਏਸ਼ਨ ਨੂੰ ਇੰਪਰੂਵ ਕਰਨ ਲਈ ਤੁਹਾਨੂੰ ਆਪਣੀਆਂ ਸਾਊਂਡਸ 'ਤੇ ਫੋਕਸ ਕਰਨਾ ਪਏਗਾ। ਜਿਵੇਂ ਮੈਂ ਇੱਥੇ ਲਿਖਿਆ ਹੈ ਕਿ ਤੁਸੀਂ ਕੁਝ ਵਰਡਸ ਨੂੰ ਕਿਵੇਂ ਸਾਊਂਡ ਕਰਦੇ ਹੋ, ਮਤਲਬ ਜਿਨ੍ਹਾਂ ਨੂੰ ਬੋਲਣ 'ਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਮਤਲਬ ਜਿਹੜੇ ਵਰਡਸ ਨੂੰ ਨਾਰਮਲੀ ਵੀ ਤੁਹਾਨੂੰ ਬੋਲਣ 'ਚ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਚੈਲੰਜਿੰਗ ਲੱਗ ਰਿਹਾ, ਤੁਸੀਂ ਉਹਨਾਂ ਨੂੰ ਨਹੀਂ ਕਰੈਕਟਲੀ ਬੋਲ ਪਾ ਰਹੇ, ਤੇ ਤੁਸੀਂ ਉਹਨਾਂ ਵਰਡਸ 'ਤੇ ਫੋਕਸ ਕਰਨਾ ਹੈ। ਕਿਉਂਕਿ ਇਹ ਕੋਈ ਬਹੁਤ ਵੱਡਾ ਟਾਸਕ ਨਹੀਂ ਹੈਗਾ ਕਿ ਤੁਸੀਂ ਨਹੀਂ ਬੋਲ ਸਕਦੇ, ਐਵਰੀਵਨ ਕੈਨ ਸਪੀਕ। ਸੋ ਤੁਸੀਂ ਉਹਨਾਂ ਵਰਡਸ 'ਤੇ ਫੋਕਸ ਕਰਨਾ ਹੈ ਤੇ ਉਹਨਾਂ ਨੂੰ ਡੇਲੀ ਪ੍ਰੈਕਟਿਸ ਕਰਨਾ ਹੈ। ਮਤਲਬ ਐਦਾਂ ਨਹੀਂ ਹੈ ਕਿ ਤੁਸੀਂ ਇੱਕ ਦਿਨ ਬੋਲਿਆ ਤਾਂ ਫਿਰ ਤੁਸੀਂ 10 ਦਿਨ ਦਾ ਗੈਪ ਪਾਤਾ, ਐਵੇਂ ਦਾ ਕੁਛ ਨਹੀਂ ਹੈ। ਅਗਰ ਤੁਸੀਂ ਡੇਲੀ ਪ੍ਰੈਕਟਿਸ ਕਰੋਗੇ ਤਾਂ ਤੁਹਾਡਾ ਜਿਹੜਾ ਡਿਜ਼ਾਇਰਡ ਸਕੋਰ ਹੈ ਉਹ ਅਚੀਵ ਹੋਏਗਾ। ਮਤਲਬ ਮੇਰਾ ਫਸਟ ਪੁਆਇੰਟ ਇਹੀ ਹੈ, ਯੂ ਸ਼ੁਡ ਪੇ ਅਟੈਂਸ਼ਨ ਟੂ ਇੰਡੀਵਿਜੂਅਲ ਸਾਊਂਡਸ ਇਨ ਇੰਗਲਿਸ਼ ਦੈਟ ਮਾਈਟ ਬੀ ਚੈਲੰਜਿੰਗ ਟੂ ਪ੍ਰੋਨਾਊਂਸ ਕਰੈਕਟਲੀ, ਜੋ ਤੁਹਾਨੂੰ ਮਤਲਬ ਨਹੀਂ ਪ੍ਰੋਨਾਊਂਸ ਹੋ ਰਹੀਆਂ ਤੁਹਾਡੇ ਕੋਲੋਂ ਵਧੀਆ ਤਰੀਕੇ ਨਾਲ। ਤੇ ਸੈਕਿੰਡ ਆਉਂਦਾ ਕਿ ਪ੍ਰੈਕਟਿਸ ਟੰਗ ਪਲੇਸਮੈਂਟ, ਲਿਪ ਮੂਵਮੈਂਟ ਐਂਡ ਵੋਕਲ ਕਾਰਡ ਕੰਟਰੋਲ ਟੂ ਪ੍ਰੋਡਿਊਸ ਐਕੂਰੇਟ ਸਾਊਂਡ। ਮੀਨਸ ਜਦੋਂ ਵੀ ਤੁਸੀਂ ਬੋਲਦੇ ਹੋ, ਮਤਲਬ ਜਦੋਂ ਵੀ ਤੁਸੀਂ ਬੋਲ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮਿਰਰ ਦੇ ਵਿੱਚ ਦੇਖਣਾ ਹੈ ਤੇ ਤੁਸੀਂ ਦੇਖਣਾ ਹੈ ਕਿ ਤੁਹਾਡੀ ਲਿਪ ਮੂਵਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੈ, ਤੁਸੀਂ ਆਪਣੀ ਟੰਗ ਨੂੰ ਕਿਵੇਂ ਪਲੇਸ ਕਰ ਰਹੇ ਹੋ ਜਦੋਂ ਕੁਝ ਵਰਡਸ ਬੋਲ ਰਹੇ ਹੋ, ਕਿਉਂਕਿ ਕੁਝ ਵਰਡਸ ਨੂੰ ਬੋਲਣ ਲਈ ਤੁਹਾਨੂੰ ਆਪਣੀ ਟੰਗ ਪਲੇਸਮੈਂਟ 'ਚ ਪ੍ਰੋਬਲਮ ਆਉਂਦੀ ਹੈ। ਮਤਲਬ ਅਗਰ ਤੁਸੀਂ ਬੋਲ ਲਿਆ ਬਟ ਉਹ ਕਲੀਅਰ ਹੋਣਾ ਚਾਹੀਦਾ ਹੈ, ਉਹਦੀ ਪ੍ਰਨੰਸੀਏਸ਼ਨ ਕਲੀਅਰ ਹੋਣੀ ਚਾਹੀਦੀ ਹੈ। ਮਤਲਬ ਐਦਾਂ ਨਹੀਂ ਹੈ ਕਿ ਦੂਜੇ ਬੰਦੇ ਨੂੰ ਸਮਝਣ 'ਚ ਪ੍ਰੋਬਲਮ ਆ ਰਹੀ ਹੈ, ਕਿਉਂਕਿ ਕੰਪਿਊਟਰ ਨੇ ਵੀ ਜੋ ਤੁਸੀਂ ਬੋਲਿਆ ਅਗਰ ਉਹ ਠੀਕ ਬੋਲਿਆ ਉਹਨੇ ਤਾਂ ਹੀ ਪਿਕ ਕਰਨਾ ਹੈ। ਤੇ ਥਰਡ ਆਉਂਦਾ ਹੈ, ਯੂ ਕੈਨ ਰੈਫਰ ਟੂ ਔਨਲਾਈਨ ਪ੍ਰਨੰਸੀਏਸ਼ਨ ਰਿਸੋਰਸਿਸ ਔਰ ਲੈਂਗੁਏਜ ਲਰਨਿੰਗ ਐਪਸ ਟੂ ਹੀਅਰ ਹਾਊ ਨੇਟਿਵ ਸਪੀਕਰਸ ਪ੍ਰੋਨਾਊਂਸ ਥੀਸ ਵਰਡਸ। ਮੀਨਸ ਫॉर एग्जांपल है दिस दैट ਪ੍ਰਨੰਸੀਏਸ਼ਨ ਰਿਸੋਰਸਿਸ, ਮਤਲਬ ਜਿਹੜੇ ਵੀ ਵਰਡਸ ਹੈ, ਵੈਸੇ ਤਾਂ ਤੁਸੀਂ ਐਪਸ ਨੂੰ ਵੀ ਫੋਲੋ ਕਰ ਸਕਦੇ ਹੋ, ਬਟ ਤੁਸੀਂ ਆਪਣੀ ਗੂਗਲ ਸਪੀਚ ਫੋਲੋ ਕਰ ਸਕਦੇ ਹੋ, ਸੀਰੀ ਫੋਲੋ ਕਰ ਸਕਦੇ ਹੋ, ਜਾਂ ਤੁਸੀਂ ਮਤਲਬ ਗੂਗਲ 'ਤੇ ਸਰਚ ਮਾਰੋਗੇ ਕਿ ਮੈਂ ਇਹਨਾਂ ਵਰਡਸ ਨੂੰ ਕਿਵੇਂ ਪ੍ਰੋਨਾਊਂਸ ਕਰਨਾ ਹੈ ਤੇ ਉਹ ਵੀ ਤੁਹਾਨੂੰ ਮਤਲਬ ਦੱਸ ਦੇਗਾ ਕਿ ਇਹਨਾਂ ਦੀ ਪ੍ਰਨੰਸੀਏਸ਼ਨ ਕਿਵੇਂ ਹੈ। ਤੇ ਤੁਸੀਂ ਬਾਰ-ਬਾਰ ਉਹ ਚੀਜ਼ ਰੋਜ਼ ਕਰਨੀ ਹੈ, ਮਤਲਬ ਉਹਨਾਂ ਵਰਡਸ ਨੂੰ ਦੁਬਾਰਾ ਰਿਪੀਟ ਕਰਨਾ ਹੈ ਕਿ ਤੁਸੀਂ ਕਰੈਕਟਲੀ ਉਹਨਾਂ ਨੂੰ ਪ੍ਰੋਨਾਊਂਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ। Next on the emphasizing important words and phrases in the text will add a natural flow to your speech and convey the meaning better. ਮਤਲਬ ਅਗਰ ਤੁਸੀਂ ਕੁਝ ਫਰੇਜ਼ਸ ਪੜ੍ਹ ਰਹੇ ਹੋ, ਜਿਵੇਂ ਕਿ ਤੁਹਾਡਾ ਇੰਟਰਸਟ ਹੈ, ਕਈਆਂ ਦਾ ਸਪੋਰਟਸ ਦੇ ਵਿੱਚ ਇੰਟਰਸਟ ਹੈ, ਕਈਆਂ ਦਾ ਮੂਵੀਜ਼ ਵਿੱਚ ਹੁੰਦਾ ਹੈ, ਕੋਈ ਸਾਇੰਸ ਨੂੰ ਜ਼ਿਆਦਾ ਵਧੀਆ ਉਹਦੇ ਨਾਲ ਕਰਦਾ ਹੈ, ਮੈਡੀਕਲ ਫੀਲਡ ਦੇ ਵਿੱਚ ਹੁੰਦਾ, ਕਈਆਂ ਦਾ ਟੈਕਨੋਲੋਜੀ ਦੇ ਵਿੱਚ ਹੁੰਦਾ, ਮਤਲਬ ਜਿਹੜਾ ਵੀ ਫੀਲਡ ਵਿੱਚ ਤੁਹਾਡਾ ਇੰਟਰਸਟ ਹੈਗਾ, ਤੁਸੀਂ ਉਹਨਾਂ ਪੈਰਾਗ੍ਰਾਫਸ, ਉਹਨਾਂ ਆਰਟੀਕਲਸ ਜਾਂ ਉਹਨਾਂ ਨਿਊਜ਼ ਮੂਵੀਜ਼ ਜੋ ਵੀ ਤੁਸੀਂ ਕਰ ਸਕਦੇ ਹੋ ਉਹਨਾਂ 'ਤੇ ਹੀ ਫੋਕਸ ਕਰਨਾ ਹੈ। ਮਤਲਬ ਅਗਰ ਤੁਸੀਂ ਇੱਕ ਚੀਜ਼ ਨੂੰ ਵਧੀਆ ਤਰੀਕੇ ਨਾਲ ਕਰੋਗੇ ਤਾਂ ਤੁਹਾਨੂੰ ਕੰਟੈਕਸਟ ਸਮਝ ਆਏਗਾ, ਮਤਲਬ ਉਹ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਹੈ ਤੇ ਕੀ ਉਹਦੇ ਰਿਲੇਟਡ ਵਰਡਸ ਹੋ ਸਕਦੇ ਹੈ, ਤੁਹਾਡੀ ਵਕੈਬ ਵੀ ਇੰਪਰੂਵ ਹੋਏਗੀ ਤੇ ਤੁਸੀਂ ਉਹ ਜਿੱਥੇ ਤੁਹਾਡਾ ਇੰਟਰਸਟ ਬਣ ਰਿਹਾ ਤੁਸੀਂ ਉਸੇ ਟੌਪਿਕ 'ਤੇ ਫੋਕਸ ਕਰਨਾ ਹੈ। ਤੇ ਨੈਕਸਟ ਹੈਗਾ, ਅ ਗੁੱਡ ਵੇ ਇਜ਼ ਟੂ ਲਿਸਨ ਟੂ ਟੀਵੀ ਸ਼ੋਜ਼ ਔਰ ਫਿਲਮਸ ਦੈਟ ਹੈਵ ਨੇਟਿਵ ਇੰਗਲਿਸ਼ ਸਪੀਕਰਸ। ਮਤਲਬ ਮੈਂ ਤੁਹਾਡੇ ਨਾਲ ਪਹਿਲਾਂ ਹੀ ਡਿਸਕਸ ਕੀਤਾ ਸੀਗਾ ਕਿ ਅਗਰ ਤੁਹਾਡਾ ਮੂਵੀਜ਼ ਦੇ ਵਿੱਚ ਇੰਟਰਸਟ ਹੈ, ਜੋ ਤੁਹਾਡੀਆਂ ਐਕਸ਼ਨ ਮੂਵੀਜ਼ ਨੇ ਜਾਂ ਫਿਰ ਤੁਹਾਡੀਆਂ ਕੋਈ ਹੋਰ ਮੂਵੀਜ਼ ਨੇ, ਤੇ ਤੁਸੀਂ
ਉਸ ਵੇ ਨਾਲ ਆਪਣੀ ਜਿਹੜੀ ਪ੍ਰੋਨੰਸੀਏਸ਼ਨ ਹੈ, ਆਪਣੀ ਵੋਕੈਬਲਰੀ ਹੈ, ਉਹਨੂੰ ਇੰਪਰੂਵ ਕਰ ਸਕਦੇ ਹੋ। ਤੇ ਨੈਕਸਟ ਆਉਂਦਾ ਹੈ ਐਕਸਪੈਂਡ ਵੋਕੈਬਲਰੀ। ਵੋਕੈਬਲਰੀ ਕਿਵੇਂ ਐਕਸਪੈਂਡ ਹੋਏਗੀ ਅਗਰ ਤੁਸੀਂ ਰੀਡਿੰਗ ਮਟੀਰੀਅਲਸ ਨੂੰ ਫੋਲੋ ਕਰ ਰਹੇ ਹੋ। ਤੇ ਇੱਥੇ ਤੁਸੀਂ sciencedirect.com ਇੱਕ ਵੈਬਸਾਈਟ ਹੈਗੀ ਹੈ, sciencedirect.com। ਉੱਥੇ ਬਹੁਤ ਡਿਫਰੈਂਟ ਟਾਈਪਸ ਦੇ ਆਰਟੀਕਲਸ ਹੁੰਦੇ ਨੇ, ਹਰ ਫੀਲਡ ਦੇ ਆਰਟੀਕਲਸ ਹੁੰਦੇ ਨੇ। ਮਤਲਬ ਅਗਰ ਤੁਹਾਡਾ ਐਨੀਮਲਸ ਦੇ ਵਿੱਚ ਇੰਟਰਸਟ ਹੈ, ਜਾਂ ਤੁਹਾਡਾ ਨੈਚੁਰਲ ਇਨਵਾਇਰਨਮੈਂਟ ਦੇ ਵਿੱਚ ਇੰਟਰਸਟ ਹੈ, ਤਾਂ ਤੁਹਾਨੂੰ ਮਤਲਬ ਇਨਵਾਇਰਨਮੈਂਟ ਬਹੁਤ ਵਧੀਆ ਲੱਗ ਰਿਹਾ, ਮਤਲਬ ਜੋ ਹੈਗਾ, ਜਾਂ ਫਿਰ ਤੁਹਾਨੂੰ ਟੈਕਨੋਲੋਜੀ ਦੇ ਵਿੱਚ ਇੰਟਰਸਟ ਹੈ, ਜਾਂ ਬਰਡਸ, ਮਤਲਬ ਕਿਸੇ ਵੀ ਚੀਜ਼ 'ਤੇ ਤੁਹਾਡਾ ਇੰਟਰਸਟ ਹੈਗਾ, ਉੱਥੇ ਹਰ ਤਰ੍ਹਾਂ ਦਾ ਆਰਟੀਕਲ ਪਿਆ ਹੈ। ਤੇ ਤੁਸੀਂ ਉਹ ਆਰਟੀਕਲਸ ਨੂੰ ਫੋਲੋ ਕਰ ਸਕਦੇ ਹੋ। ਮਤਲਬ ਜਦੋਂ ਵੀ ਤੁਸੀਂ ਵਿਹਲੇ ਬੈਠੇ ਹੋ, ਮਤਲਬ ਬੈਟਰ ਹੈ ਕਿ ਤੁਸੀਂ ਕੁਛ ਹੋਰ ਚਲਾਉਣ ਤੋਂ ਤੁਸੀਂ ਉਹ ਟੌਪਿਕਸ ਪੜ੍ਹ ਲਓ, ਫਿਰ ਨਿਊਜ਼ਪੇਪਰਸ ਪੜ੍ਹ ਲਓ, ਮੈਗਜ਼ੀਨਸ, ਆਰਟੀਕਲਸ ਜਾਂ ਨੋਵਲਸ, ਜੋ ਵੀ ਤੁਹਾਨੂੰ ਮਤਲਬ ਵਧੀਆ ਲੱਗਦਾ ਪੜ੍ਹਨ ਨੂੰ। ਤੇ ਜਦੋਂ ਤੁਸੀਂ ਉਹਨਾਂ ਨੂੰ ਪੜ੍ਹ ਰਹੇ ਹੋ ਤਾਂ ਜੋ ਵਰਡਸ ਤੁਹਾਨੂੰ ਨਵੇਂ ਲੱਗ ਰਹੇ ਹੈ ਤਾਂ ਉਹਨਾਂ ਨੂੰ ਤੁਸੀਂ ਸਮਝਣਾ ਹੈ, ਉਸ ਤੋਂ ਰਿਲੇਟਡ ਜਿਹੜੀ ਵੀ ਵੋਕੈਬਲਰੀ ਹੈ ਉਹ ਦੇਖਣੀ ਹੈ, ਤੇ ਪਲੱਸ ਉਸ ਵੋਕੈਬਲਰੀ ਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰਨਾ ਹੈ। ਬਿਕੋਜ਼ ਅਗਰ ਤੁਸੀਂ ਇੰਪਲੀਮੈਂਟ ਨਹੀਂ ਕਰੋਗੇ ਤਾਂ ਉਹ ਚੀਜ਼ ਉੱਥੇ ਹੀ ਖਤਮ ਹੋ ਜਾਏਗੀ, ਤੁਹਾਨੂੰ ਨਹੀਂ ਪਤਾ ਚੱਲੇਗਾ। ਤੇ ਨੈਕਸਟ ਹੈ ਪ੍ਰੈਕਟਿਸ ਡਿਫਰੈਂਟ ਟੈਕਸਟ ਟਾਈਪਸ। ਮਤਲਬ ਤੁਸੀਂ ਟੈਕਸਟ ਦਾ ਮਤਲਬ ਇੱਥੇ ਉਹੀ ਹੈ ਕਿ ਜਿਹੜੀਆਂ ਡਿਫਰੈਂਟ ਫੀਲਡਸ ਦੇ ਟੌਪਿਕ ਹੈ, ਜਿਵੇਂ ਆਪਾਂ ਗੱਲ ਕੀਤੀ ਸੀਗੀ ਸਪੋਰਟਸ ਦੇ ਟੌਪਿਕ ਹੈ, ਨਿਊਜ਼ ਦੇ ਟੌਪਿਕ ਹੈ, ਸਾਇੰਸ ਹੈ, ਹਿਸਟਰੀ ਹੈ, ਜਾਂ ਲਿਟਰੇਚਰ ਹੈ, ਮਤਲਬ ਤੁਸੀਂ ਉਹ ਡਿਫਰੈਂਟ ਟੈਕਸਟ ਨੂੰ ਫੋਲੋ ਕਰਨੇ ਹੈ। ਕਿਉਂਕਿ ਅਗਰ ਤੁਸੀਂ ਪੀਟੀਈ ਦੀ ਗੱਲ ਕਰ ਰਹੇ ਹੋ ਤਾਂ ਉਹ ਇੱਕ ਟੌਪਿਕ ਦੇ ਰਿਲੇਟਡ ਨਹੀਂ ਹੈਗੀ, ਮਤਲਬ ਹਰ ਸੈਕਸ਼ਨ ਦੇ ਵਿੱਚ ਜਿਹੜਾ ਟੌਪਿਕ ਰਹੇਗਾ ਉਹ ਡਿਫਰੈਂਟ ਰਹੇਗਾ। ਮਤਲਬ ਸਾਇੰਸ ਦੇ ਰਿਲੇਟਡ ਵੀ ਹੋ ਸਕਦਾ ਹੈ, ਲਿਟਰੇਚਰ ਦੇ ਰਿਲੇਟਡ ਵੀ ਹੋ ਸਕਦਾ ਹੈ, ਅਕੈਡਮਿਕਸ ਦੇ ਰਿਲੇਟਡ ਵੀ ਹੋ ਸਕਦਾ ਹੈ, ਜਾਂ ਹਿਸਟਰੀ ਦੇ ਰਿਲੇਟਡ ਵੀ ਹੋ ਸਕਦਾ ਹੈ। ਮਤਲਬ ਤੁਸੀਂ ਡਿਫਰੈਂਟ ਟੈਕਸਟ ਨੂੰ ਫੋਲੋ ਕਰਨਾ ਹੈ। ਮਤਲਬ ਅਗਰ ਤੁਹਾਡਾ ਕਿਸੇ ਚੀਜ਼ 'ਚ ਇੰਟਰਸਟ ਨਹੀਂ ਬਣ ਰਿਹਾ ਦੈਨ ਟਰਾਈ ਟੂ ਮੇਕ ਯੂਅਰ ਇੰਟਰਸਟ, ਮਤਲਬ ਕਿਉਂਕਿ ਤੁਸੀਂ ਤੁਹਾਡਾ ਲਾਸਟ ਜਿਹੜਾ ਮੋਟਿਵ ਹੈਗਾ ਉਹ ਆਪਣਾ ਪੇਪਰ ਕਲੀਅਰ ਕਰਨਾ ਹੈ। ਤੇ ਲਾਸਟ 'ਚ ਆਉਂਦਾ ਹੈ ਰਿਕਾਰਡ ਐਂਡ ਰਿਵਿਊ। ਇਹਦਾ ਸਿਰਫ ਕਹਿਣ ਦਾ ਮਤਲਬ ਇਹੀ ਹੈ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਰਿਕਾਰਡ ਕਰਦੇ ਹੋ। ਜਿਵੇਂ ਮੈਂ ਤੁਹਾਨੂੰ ਏਪੀ ਯੂਨੀਅਨ ਦਾ ਐਗਜ਼ਾਮਪਲ ਲਿਆ ਸੀ ਉੱਪਰ, ਤਾਂ ਇੱਥੇ ਤੁਹਾਡੀ ਰਿਕਾਰਡਿੰਗ ਹੋਗੀ ਤੇ ਉਸ ਰਿਕਾਰਡਿੰਗ ਨੂੰ ਤੁਸੀਂ ਦੁਬਾਰਾ ਸੁਣਨਾ ਹੈ। ਮਤਲਬ ਪ੍ਰੈਕਟਿਸ ਦੇ ਟਾਈਮ ਤੁਸੀਂ ਸੁਣ ਸਕਦੇ ਹੋ, ਬਟ ਮੌਕ ਟੈਸਟ ਦੇ ਟਾਈਮ ਜਾਂ ਫਾਈਨਲ ਦੇ ਟਾਈਮ ਤੁਸੀਂ ਨਹੀਂ ਸੁਣ ਸਕਦੇ ਕਿ ਮੈਂ ਕੀ ਬੋਲਿਆ। ਸੋ ਜਦੋਂ ਪ੍ਰੈਕਟਿਸ, ਕਿਉਂਕਿ ਹਰ ਸੌਫਟਵੇਅਰ ਐਵੇਂ ਦਾ ਹੁੰਦਾ ਕਿ ਤੁਸੀਂ ਉੱਥੇ ਦੁਬਾਰਾ ਸੁਣ ਸਕਦੇ ਹੋ, ਤੇ ਤੁਸੀਂ ਸੁਣਨਾ ਹੈ ਕਿ ਮੈਂ ਕਿੱਥੇ ਮੇਰੀ ਗਲਤੀ ਹੈ, ਮਤਲਬ ਕਿੱਥੇ ਮੇਰੇ ਮਾਰਕਸ ਕੱਟ ਰਹੇ ਨੇ ਤੇ ਕਿਉਂ ਕੱਟ ਰਹੇ ਨੇ। ਕਿਉਂਕਿ ਏਪੀ ਯੂਨੀ ਤੇ ਅਗਰ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਨੂੰ ਮਾਰਕਸ ਸ਼ੋ ਕਰੇਗਾ ਕਿ ਹਾਂ ਇੰਨੇ ਮਾਰਕਸ ਆਏ ਨੇ, ਤੇ ਉਹ ਹਰ ਫੀਲਡ ਦੇ ਸ਼ੋ ਕਰਦਾ ਹੈ ਕਿ ਫਲੂਐਂਸੀ 'ਚ ਇੰਨੇ ਨੇ, ਪ੍ਰੋਨੰਸੀਏਸ਼ਨ 'ਚ ਇੰਨੇ ਨੇ, ਤੇ ਕੰਟੈਂਟ 'ਚ ਇੰਨੇ ਨੇ। ਸੋ ਤੁਸੀਂ ਉਸ ਚੀਜ਼ ਨੂੰ ਰਿਵਾਈਜ਼ ਕਰਨਾ ਹੈ ਕਿ ਮੈਂ ਇਹਨਾਂ ਵਰਡਸ ਦੇ ਵਿੱਚ ਮਤਲਬ ਗਲਤ ਕੀਤਾ ਹੈ ਤੇ ਮੈਨੂੰ ਇੱਥੇ ਇੰਪਰੂਵ ਕਰਨਾ ਚਾਹੀਦਾ ਹੈ। ਤੇ ਇਸ ਚੀਜ਼ ਦਾ ਕਨਕਲੂਜ਼ਨ ਇਹੀ ਹੈ, ਰੀਡ ਅਲਾਊਡ ਦਾ ਕਨਕਲੂਜ਼ਨ ਮੇਨ ਇਹੀ ਹੈ ਕਿ ਪ੍ਰੈਕਟਿਸ ਇਜ਼ ਦੀ ਓਨਲੀ ਕੀ ਟੂ ਸਕਸੈਸ। if you are facing difficulties in the read aloud, because it will contribute in reading also, so you have to make sure ਕਿ ਤੁਹਾਡੀ ਇੱਕ ਸਟ੍ਰੈਟਜੀ ਹੋਣੀ ਚਾਹੀਦੀ ਹੈ ਕਿ ਤੁਸੀਂ ਪ੍ਰੈਕਟਿਸ ਕਿਵੇਂ ਕਰਨੀ ਹੈ। ਸੋ ਵਿਦਾਊਟ ਪ੍ਰੈਕਟਿਸ ਨਥਿੰਗ, ਮਤਲਬ ਤੁਸੀਂ ਕੁਛ ਨਹੀਂ ਕਰ ਸਕਦੇ। ਤੇ ਇੱਕ ਆਪਣਾ ਫੋਕਸ ਰੱਖਣਾ ਹੈ। ਮਤਲਬ ਅਗਰ ਕਿਸੇ ਚੀਜ਼ 'ਤੇ ਤੁਸੀਂ ਸੋਚਿਆ ਕਿ ਮੈਂ ਇਹ ਚੀਜ਼ ਕਰਨੀ ਹੈ, ਮਤਲਬ ਜਿਵੇਂ ਮੈਂ ਪਹਿਲਾਂ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਪਹਿਲਾਂ ਬੱਚੇ ਆਈਲੈਟਸ ਕਰਦੇ ਹੈ, ਫਿਰ ਆਈਲੈਟਸ ਨਹੀਂ ਹੁੰਦਾ ਤੇ ਫਿਰ ਉਹ ਪੀਟੀ ਕਰਦੇ ਹੈ, ਫਿਰ ਪੀਟੀ ਨਹੀਂ ਹੁੰਦਾ ਫਿਰ ਉਹ ਦੁਬਾਰਾ ਕੁਝ ਹੋਰ ਕਰਦੇ ਹੈ। ਸੋ ਬੈਟਰ ਹੈ ਕਿ ਜੇ ਤੁਸੀਂ ਆਈਲੈਟਸ ਚੂਜ਼ ਕੀਤਾ ਤਾਂ ਪਹਿਲਾਂ ਉਸੇ 'ਤੇ ਫੋਕਸ ਕਰੋ, ਅਗਰ ਤੁਸੀਂ ਪੀਟੀ ਚੂਜ਼ ਕਰ ਰਹੇ ਹੋ ਤਾਂ ਪੀਟੀਈ 'ਤੇ ਹੀ ਫੋਕਸ ਕਰੋ। ਮਤਲਬ ਇੱਦਾਂ ਨਹੀਂ ਹੈ ਕਿ ਇੱਕ ਚੀਜ਼ ਨਹੀਂ ਹੋ ਰਹੀ ਤਾਂ ਮੈਂ ਦੂਜੀ ਕਰ ਲਾਂ, ਦੂਜੀ ਨਹੀਂ ਹੋ ਰਹੀ ਤਾਂ ਤੀਜੀ ਕਰ ਲਾਂ, ਮਤਲਬ ਇੱਦਾਂ ਕਰੋਗੇ ਤਾਂ ਕੁਛ ਵੀ ਪੋਸੀਬਲ ਨਹੀਂ ਹੈਗਾ। ਸੋ ਗੁੱਡ ਸਕੋਰਿੰਗ ਇਨ ਰੀਡ ਅਲਾਊਡ ਵਿਲ ਇੰਪਰੂਵ ਯੂਰ ਸਪੀਕਿੰਗ ਸਕੋਰ ਐਂਡ ਰੀਡਿੰਗ ਸਕੋਰ, ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। So with dedication and a strategic approach, you will be able to tackle the read aloud task and will score good marks। ਮਤਲਬ ਅਗਰ ਤੁਸੀਂ ਇੱਕ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰ ਰਹੇ ਹੋ, ਤੁਹਾਡੀ ਕੋਈ ਅਪਰੋਚ ਹੈ ਕਿ ਮੈਂ ਇੰਨੇ ਮਾਰਕਸ ਲੈਣੇ ਹੈ, ਤਾਂ ਤੁਹਾਡੇ ਮਾਰਕਸ ਆਉਣਗੇ ਐਂਡ ਗੁੱਡ ਲੱਕ ਫॉर ਦਿਸ। ਅਗੇਨ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ, if you are facing difficulties in any module then you can mail me on my email id amarpteclasses@gmail.com, and you can also put your comments in the comment box, and please subscribe my channel and like my videos, and please watch these videos from starting to till end, and thank you so much।